ਸ਼੍ਰੀ ਅਕਾਲ ਪੰਜਾਬ। ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਅੱਜ ਹੈ ਜੀ ਸ਼ੁੱਕਰਵਾਰ ਦਾ ਦਿਨ ਐਂਟਰਟੇਨਮੈਂਟ ਦੇ ਨਾਲ ਵੀ ਭਰਿਆ ਹੁੰਦਾ ਹੈ ਤੇ ਨਾਲੇ ਥੋੜਾ ਜਿਹਾ ਰਿਲੀਫ ਵੀ ਫੀਲ ਹੋ ਰਿਹਾ ਹੁੰਦਾ ਹੈ ਉਹ ਲੋਕਾਂ ਨੂੰ ਜਿਹੜੇ ਵਰਕਿੰਗ ਕਲਾਸ ਨੇ, ਕਿਉਂਕਿ ਵੀਕਐਂਡ ਜੋ ਆ ਰਿਹਾ ਹੁੰਦਾ ਹੈ, ਅੱਗੇ ਸੈਟਰਡੇ ਸੰਡੇ ਨੇ ਤੇ ਐਂਟਰਟੇਨਮੈਂਟ ਇਸ ਲਈ ਕਿਉਂਕਿ ਅੱਜ ਤੁਹਾਡੇ ਲਈ ਸਿਨੇਮਾ ਜਗਤ ਵਿੱਚ ਵੀ ਕੁਝ ਨਾ ਕੁਝ ਨਵਾਂ ਹੁੰਦਾ ਹੈ, ਕੋਈ ਨਾ ਕੋਈ ਨਵੀਂ ਫਿਲਮ ਰਿਲੀਜ਼ ਹੋ ਰਹੀ ਹੁੰਦੀ ਹੈ ਤੇ ਤੁਸੀਂ ਕਰ ਰਹੇ ਹੁੰਦੇ ਹੋ ਤਿਆਰੀਆਂ ਆਪਣੇ ਵੀਕਐਂਡ ਦੀਆਂ, ਕਿੱਦਾਂ ਆਪਣੇ ਘਰ ਦੇ ਕੰਮਕਾਰ ਮੁਕਾਉਣੇ ਨੇ ਜਾਂ ਕੀ ਕੁਝ ਕਰਨਾ ਹੈ। ਬਹੁਤ ਸਾਰੇ ਕੰਮ ਅਸੀਂ ਵੀਕਐਂਡਸ ਲਈ ਪੈਂਡਿੰਗ ਰੱਖਦੇ ਹਾਂ, ਸੋ ਤੁਸੀਂ ਵੀ ਆਪਣੇ ਵੀਕਐਂਡ ਨੂੰ ਇੰਜੋਏ ਕਰਨਾ ਹੈ ਤੇ ਬਣੇ ਰਹਿਣਾ ਸਪਾਰਕ ਪੰਜਾਬੀ ਦੇ ਨਾਲ। ਫਿਲਹਾਲ ਫਰਾਈਡੇ ਦੇ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ ਗੁਰਮਤ ਵਿਚਾਰ ਦੇ ਨਾਲ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਜੇ ਤੇਰੀ ਇੱਕ ਰਹਿਮਤ ਹੋ ਜਾਏ, ਜੇ ਤੇਰੀ ਇੱਕ ਰਹਿਮਤ ਹੋ ਜਾਏ, ਬੰਦੇ ਦਾ ਹਰ ਕੰਮ ਸਵਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਗੁਰਮਤਿ ਦਾ ਵਿਸ਼ਾ ਹੈ ਉਹ ਹੈ ਮਨ। ਜਿੱਥੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਪੰਜ ਭੂਤਿਕ ਸਰੀਰ ਦੇ ਦਿੱਤੀ ਹੈ, ਉੱਥੇ ਸਾਨੂੰ ਮਨ ਵੀ ਦਿੱਤਾ ਹੈ, ਜਿਹਦੇ ਰਾਹੀਂ ਸਾਡੇ ਚੰਗੇ ਅਤੇ ਮੰਦੇ ਸੰਕਲਪ ਜਿਹੜੇ ਨੇ ਜੀਵਨ ਦੇ ਵਿੱਚ ਬਣਦੇ ਨੇ। ਜਿੰਨਾ ਚਿਰ ਅਸੀਂ ਮਨ ਕਰਕੇ ਗੁਰੂ ਦੀ ਬਾਣੀ ਦੇ ਨਾਲ ਨਹੀਂ ਜੁੜਦੇ, ਜਿੰਨਾ ਚਿਰ ਅਸੀਂ ਮਨ ਕਰਕੇ ਸੇਵਾ ਨਹੀਂ ਕਰਦੇ, ਉਹਨਾਂ ਚਿਰ ਸਾਡਾ ਇਹ ਜੀਵਨ ਪੰਜ ਭੂਤਿਕ ਦੇ ਸਰੀਰ ਜਿਹੜਾ ਇਹ ਸਫਲ ਨਹੀਂ ਹੋ ਸਕਦਾ। ਇਹ ਮਨ ਹਰ ਜੀ ਤੇ ਆਏ, ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੋਤਾਏ। ਇਹ ਮਨ ਜਿਹੜਾ ਏ, ਸੱਚੇ ਪਾਤਸ਼ਾਹ ਜੀ ਨੇ ਮਨ ਦੀ ਵਿਆਖਿਆ ਗੁਰਬਾਣੀ ਦੇ ਵਿੱਚ ਬੜੇ ਸਹਿਜ ਢੰਗ ਤਰੀਕੇ ਦੇ ਨਾਲ ਸਮਝਾ ਕਰਕੇ ਕਰਨਾ ਕੀਤੀ ਹੈ। ਭਾਈ ਮਨ ਜਿਹੜਾ ਏ ਕੇਵਲ ਬੁਰਾਈਆਂ ਹੀ ਲੋਚਦਾ ਰਹਿੰਦਾ ਏ। ਜਦੋਂ ਗੁਰੂ ਦੀ ਸ਼ਬਦ ਦੇ ਵਿੱਚ ਆ ਕਰਕੇ ਮਨ ਇੱਕ ਥਾਂ ਟਿਕ ਜਾਂਦਾ ਏ, ਮਨ ਲੋਚੈ ਬੁਰਾਈਆਂ ਗੁਰ ਸ਼ਬਦੀ, ਇਹ ਮਨ ਹੋੜੀ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਇਹ ਮਨ ਜਿਹੜਾ ਏ ਸਹਿਜੇ ਵਸ ਵਿੱਚ ਆ ਜਾਂਦਾ ਏ, ਨਹੀਂ ਤੇ ਇਹ ਸੰਸਾਰੀ ਝੰਬੇਲਿਆਂ ਦੇ ਵਿੱਚ ਭਟਕਦਾ ਰਹਿੰਦਾ ਏ। ਮਨ ਨੂੰ ਟਿਕਾਉਣ ਦੇ ਲਈ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਬੇਅੰਤ ਤਰ੍ਹਾਂ ਦੀਆਂ ਸਾਖੀਆਂ ਦੇ ਰਾਹੀਂ ਸਾਨੂੰ ਇਹ ਗੱਲ ਸਮਝਾਉਣਾ ਕੀਤੀ ਏ। ਭਾਈ ਬਿਧੀ ਚੰਦ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਜਿਨ੍ਹਾਂ ਦਾ ਕੰਮ ਸੀ ਚੋਰੀ ਡਾਕੇ ਮਾਰਨੇ, ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਭਾਈ ਬਿਧੀ ਚੰਦ ਨੇ ਆਉਣਾ ਕੀਤਾ ਏ, ਜਿਨ੍ਹਾਂ ਦਾ ਮਨ ਹਰੇਕ ਵਕਤ ਸੰਸਾਰੀ ਧੰਦਿਆਂ ਦੇ ਵਿੱਚ ਝੰਬੇਲਿਆਂ ਦੇ ਵਿੱਚ ਭਟਕਦਾ ਰਹਿੰਦਾ ਸੀ, ਜਦੋਂ ਸੰਗਤ ਦੇ ਵਿੱਚ ਆ ਕੇ ਬਹਿਣਾ ਕੀਤਾ ਏ, ਗੁਰਬਾਣੀ ਸੁਣਨਾ ਕੀਤੀ ਏ, ਮਨ ਜਿਹੜਾ ਏ ਟਿਕ ਗਿਆ ਏ। ਉਸੇ ਵਕਤ ਇਹ ਗੱਲ ਕਹਿਣਾ ਕੀਤੀ ਏ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਮੈਂ ਤਾਂ ਆਪਣਾ ਸਾਰਾ ਜੀਵਨ ਜਿਹੜਾ ਏ ਉਹ ਤਾਂ ਸੰਸਾਰ ਦੇ ਝੂਠੇ ਧੰਦਿਆਂ ਦੇ ਵਿੱਚ ਨਿਘਾ ਦਿੱਤਾ ਏ, ਫਾਲਤੂ ਕੰਮਾਂ ਦੇ ਵਿੱਚ ਨਿਘਾ ਦਿੱਤਾ ਏ। ਅੱਜ ਮੈਨੂੰ ਗੁਰਬਾਣੀ ਦੇ ਰਾਹੀਂ, ਗੁਰੂ ਦੀ ਕਿਰਪਾ ਰਾਹੀਂ ਇਸ ਗੱਲ ਦੀ ਸਮਝ ਆਈ ਏ ਕਿ ਜਿੰਨਾ ਚਿਰ ਮਨ ਨਹੀਂ ਜੁੜਦਾ, ਜਿੰਨਾ ਚਿਰ ਮਨ ਲਾ ਕੇ ਅਸੀਂ ਗੁਰਬਾਣੀ ਪੜ੍ਹਦੇ ਨਹੀਂ, ਮਨ ਲਾ ਕੇ ਗੁਰਬਾਣੀ ਸੁਣਦੇ ਨਹੀਂ, ਉਹਨਾਂ ਚਿਰ ਸਾਡਾ ਜੀਵਨ ਜਿਹੜਾ ਇਹ ਸਫਲ ਨਹੀਂ ਹੋ ਸਕਦਾ। ਭਗਤ ਕਬੀਰ ਜੀ ਨੇ ਬੜਾ ਸੁੰਦਰ ਬਿਆਨ ਕੀਤਾ ਏ, ਕਿਆ ਪੜ੍ਹੀਏ ਕਿਆ ਗੁਣੀਐ, ਕਿਆ ਪੜ੍ਹੀਏ ਕਿਆ ਸੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਏ, ਜਿਉ ਸਹਿਜ ਨਾ ਮਿਲਿਓ ਸੋਏ। ਪੜ੍ਹਨ ਦਾ ਸੁਣਨ ਦਾ ਤਾਂ ਹੀ ਫਾਇਦਾ ਏ ਜਦੋਂ ਅਸੀਂ ਮਨ ਵਿੱਚ ਉਸ ਨੂੰ ਵਸਾ ਲਵਾਂਗੇ। ਜਿੰਨਾ ਚਿਰ ਮਨ ਵਿੱਚ ਗੁਰਬਾਣੀ ਨਹੀਂ ਵਸਦੀ, ਮਨ ਟਿਕਦਾ ਨਹੀਂ, ਉਹਨਾਂ ਚਿਰ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ, ਗੁਰੂ ਦੀਆਂ ਖੁਸ਼ੀਆਂ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਨਾ ਕੀਤੀ ਏ, ਮਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋ। ਜਦੋਂ ਪੂਰੇ ਗੁਰੂ ਦੀ ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਗੁਰੂ ਦੀ ਜਦੋਂ ਸਾਡੇ ਉੱਤੇ ਕਿਰਪਾ ਹੋਵੇਗੀ, ਰਹਿਮਤ ਹੋਵੇਗੀ, ਤੇ ਮਨ ਜਿਹੜਾ ਇਹ ਸਾਡਾ ਸਹਿਜੇ ਵਸ ਵਿੱਚ ਆ ਜਾਵੇਗਾ, ਜਿਹਦਾ ਵਿਖਿਆਨ ਸੱਚੇ ਪਾਤਸ਼ਾਹ ਜੀ ਨੇ ਕਰਨਾ ਕੀਤਾ ਹੈ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਜਦੋਂ ਪੂਰੇ ਗੁਰੂ ਦੀ ਸਾਡੇ ਉੱਤੇ ਪੂਰਨ ਕਿਰਪਾ ਹੋ ਗਈ ਤੇ ਸਾਡਾ ਮਨ ਜਿਹੜਾ ਏ ਉਹ ਸਹਿਜੇ ਵਸ ਵਿੱਚ ਆ ਜਾਵੇਗਾ। ਸੰਸਾਰੀ ਧੰਦਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ ਕਦੀ ਵੀ ਮਨ
ਭਟਕੇਗਾ ਨਹੀਂ। ਇਹ ਤਾਂ ਹੀ ਹੋਵੇਗਾ ਜਦੋਂ ਅਸੀਂ ਮਨ ਲਾ ਕੇ ਗੁਰਬਾਣੀ ਨੂੰ ਪੜ੍ਹਾਂਗੇ, ਮਨ ਲਾ ਕੇ ਕਥਾ ਕੀਰਤਨ ਸੁਣਾਂਗੇ, ਮਨ ਦੇ ਨਾਲ ਕੀਤੀ ਹੋਈ ਭਗਤੀ, ਮਨ ਦੇ ਨਾਲ ਕੀਤੀ ਹੋਈ ਸੇਵਾ ਜਿਹੜੀ ਏ ਉਹ ਸਾਨੂੰ ਸਦਾ ਹੀ ਗੁਰੂ ਦੇ ਚਰਨਾਂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਿਲਦੀਆਂ ਨੇ, ਪ੍ਰਾਪਤ ਹੁੰਦੀਆਂ ਨੇ, ਜਿਨ੍ਹਾਂ ਦੇ ਨਾਲ ਸਾਡਾ ਲੋਕ ਅਤੇ ਪਰਲੋਕ ਜਿਹੜਾ ਏ ਸੁਹੇਲਾ ਹੋ ਜਾਂਦਾ ਏ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ, ਜਿੱਥੇ ਅਸਾਂ ਨੇ ਸਰੀਰ ਕਰਕੇ ਗੁਰੂ ਦੇ ਨਾਲ ਜੁੜਨਾ, ਉੱਥੇ ਮਨ ਕਰਕੇ ਵੀ ਜੁੜੀਏ। ਵਿਚਾਰਾਂ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗੁਰਮਤਿ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰੋ, ਇਸ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰੋ ਤੇ ਆਪਣੀ ਜ਼ਿੰਦਗੀ ਨੂੰ ਹੋਰ ਖੁਸ਼ਗਵਾਰ ਬਣਾ ਲਓ। ਪੰਜਾਬ ਨੇ ਸੰਗੀਤ ਜਗਤ ਨੂੰ ਕਈ ਦਿੱਗਜ ਦਿੱਤੇ ਨੇ, ਖਾਸ ਕਰ 뮤직 ਦੀ ਫੀਲਡ ਵਿੱਚ, ਤੇ ਉਹਨਾਂ ਵਿੱਚੋਂ ਇੱਕ ਦਿੱਗਜ ਨੇ ਸ਼੍ਰੀ ਪੂਰਨ ਚੰਦ ਵਡਾਲੀ ਜੀ, ਜੋ ਕਿ ਸੂਫੀ ਸਿੰਗਿੰਗ ਨੂੰ ਜਿਨ੍ਹਾਂ ਨੇ ਇੱਕ ਨਵਾਂ ਆਯਾਮ ਦਿੱਤਾ ਹੈ। ਤੇ ਅੱਜ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਵਡਾਲੀ ਜੀ, ਸਾਨੂੰ ਮਾਣ ਹੈ ਤੁਹਾਡੀ ਗਾਇਕੀ ਤੇ। ਇੱਕ ਸ਼ਖਸ ਜਿਸ ਦੇ ਨਾਮ ਦੇ ਨਾਲ ਪੂਰੇ ਪਿੰਡ ਦਾ ਨਾਮ ਜੁੜਦਾ ਹੈ, ਜੋ ਅਖਾੜੇ ਵਿੱਚ ਘੁਲਦਾ ਹੋਇਆ ਸੰਗੀਤ ਦੇ ਉਸ ਮੁਕਾਮ ਤੇ ਪਹੁੰਚ ਗਿਆ ਜਿਸ ਦੇ ਬਾਰੇ ਉਸਨੇ ਕਦੀ ਸੋਚਿਆ ਵੀ ਨਹੀਂ ਸੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੂਰਨ ਚੰਦ ਵਡਾਲੀ ਦੀ, ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ 'ਚ ਹੋਇਆ। ਪੂਰਨ ਚੰਦ ਵਡਾਲੀ ਆਪਣੀ ਉਮਰ ਦੇ 25 ਸਾਲ ਤੱਕ ਅਖਾੜੇ 'ਚ ਕੁਸ਼ਤੀ ਖੇਡਦੇ ਰਹੇ, ਪਰ ਅੱਜ ਉਹਨਾਂ ਦਾ ਨਾਮ ਉਹਨਾਂ ਦੀ ਸੂਫੀ ਗਾਇਕੀ ਕਰਕੇ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਉਹ ਜਿਹੜੀ ਪਹਿਲਵਾਨੀ ਹੈ ਨਾ, ਉਹ ਵੀ ਰਾਗ ਹੀ ਹੈ, ਜਿਹਨੇ ਪਹਿਲਵਾਨੀ ਕਰਕੇ ਫਿਰ ਇਸ ਪਾਸੇ ਵੀ ਆਉਣਾ। ਇਹ ਗਾਇਕੀ ਵੀ ਪਹਿਲਵਾਨੀ ਤਾਕਤ ਦਾ ਗਾਉਣਾ ਹੈ। तुझे तकिया तो लगा मुझे ऐसे जैसे मेरी ईद हो गई, तुझे तकिया तो लगा मुझे ऐसे जैसे मेरी ईद हो गई। ਇਹਨਾਂ ਦਾ ਜੋ ਕਲਾ ਪ੍ਰਦਰਸ਼ਨ ਕਹਿ ਲਓ ਜਾਂ ਕਲਾ ਦੀ ਜੋ ਸ਼ੈਲੀ ਹੈ, ਉਹ ਇਸ ਕਰਕੇ ਮੈਨੂੰ ਬਹੁਤ ਮਹੱਤਵਪੂਰਨ ਲੱਗਦੀ ਹੈ ਕਿ ਪੰਜਾਬ ਦੀ ਜੋ ਉੱਗੀ ਇੱਕ ਸੰਗੀਤ ਦੀ ਵਿਰਾਸਤ ਹੈ, ਉਸ ਨੂੰ ਇਹ ਕਲਾਕਾਰ ਸੁਰਜੀਤ ਕਰਕੇ ਉਸ ਨੂੰ ਅੱਜ ਕੱਲ੍ਹ ਦੇ ਪੰਜਾਬੀ ਨਵੀਂ ਪੀੜ੍ਹੀ ਦੇ ਸਾਹਮਣੇ, ਨਵੀਂ ਪਨੀਰੀ ਦੇ ਸਾਹਮਣੇ ਤੇ ਪੂਰੇ ਸੰਸਾਰ ਦੇ ਸਾਹਮਣੇ ਬੜੇ ਗੌਰਵਮਈ ਰੂਪ ਵਿੱਚ ਪੇਸ਼ ਕਰ ਰਹੇ ਹਨ। ਪੂਰਨ ਚੰਦ ਤੇ ਪਿਆਰੇ ਲਾਲ ਦੀ ਇਹ ਜੋੜੀ ਵਡਾਲੀ ਬ੍ਰਦਰਸ ਦੇ ਨਾਮ ਨਾਲ ਸੂਫੀ ਗਾਇਕੀ ਵਿੱਚ ਕਈ ਮੁਕਾਮ ਹਾਸਲ ਕਰ ਚੁੱਕੀ ਹੈ। ਇਹਨਾਂ ਦੋਵਾਂ ਨੇ ਆਪਣੀ ਪਹਿਲੀ ਪਰਫਾਰਮੈਂਸ ਹਰਬੱਲਭ ਮੰਦਰ ਵਿੱਚ 1975 ਵਿੱਚ ਦਿੱਤੀ ਤੇ ਇਸ ਪਿੱਛੋਂ ਇਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਹਾਲਾਂਕਿ ਜਿਹੜਾ ਸ਼ਾਸਤਰੀ ਸੰਗੀਤ ਹੈ, ਆਮ ਤੌਰ ਤੇ ਆਮ ਵਿਅਕਤੀ ਉਸ ਨੂੰ ਆਪਣੀ ਸਮਝ ਤੋਂ ਦੂਰ ਮੰਨਦਾ ਹੈ। ਉਹਨੂੰ ਕਹਿੰਦੇ ਕਿ ਜੀ ਪੱਕੇ ਰਾਗ ਨੇ ਜਾਂ ਇਹ ਰਾਗ ਬਹੁਤ ਗਹਿਰਾਈ ਵਾਲਾ ਸੰਗੀਤ ਹੈ, ਅਸੀਂ ਇਸ ਨੂੰ ਸਮਝ ਨਹੀਂ ਸਕਦੇ, ਸਾਡੀ ਸਮਝ ਤੋਂ ਬਾਹਰ ਦੀ ਗੱਲ ਹੈ। ਪਰ ਇਹਨਾਂ ਨੇ ਉਸ ਸੰਗੀਤ ਨੂੰ ਇੰਨੇ ਸਹਿਜੇ ਰੂਪ ਵਿੱਚ, ਇੰਨੇ ਸਰਲ ਰੂਪ ਵਿੱਚ ਪੇਸ਼ ਕੀਤਾ ਕਿ ਤੁਹਾਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਤੁਸੀਂ ਸ਼ਾਸਤਰੀ ਸੰਗੀਤ ਸੁਣ ਰਹੇ ਹੋ ਜਾਂ ਉਪ ਸ਼ਾਸਤਰੀ ਸੰਗੀਤ ਸੁਣ ਰਹੇ ਹੋ, ਤੇ ਤੁਸੀਂ ਉਸ ਦੀ ਆਨੰਦ ਦੇ ਔਰ ਉਸ ਦੇ ਪ੍ਰਵਾਹ ਵਿੱਚ ਵਗਦੇ ਵਹਿੰਦੇ ਚਲੇ ਜਾਂਦੇ ਹੋ। ਪੂਰਨ ਚੰਦ ਨੇ ਬਾਲੀਵੁੱਡ ਵਿੱਚ ਵੀ ਕਈ ਗੀਤ ਗਾਏ ਤੇ ਹਰ ਜਗ੍ਹਾ ਇਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ। 2005 ਵਿੱਚ ਪੂਰਨ ਚੰਦ ਵਡਾਲੀ ਨੂੰ ਪਦਮ ਸ਼੍ਰੀ ਅਵਾਰਡ ਨਾਲ ਵੀ ਸਨਮਾਨਿਆ ਗਿਆ ਤੇ ਅੱਜ ਹਰ ਪੰਜਾਬੀ ਨੂੰ ਆਪਣੇ ਇਸ ਮਿੱਟੀ ਦੇ ਲਾਲ ਤੇ ਮਾਣ ਹੈ। ਤਰਸ ਗਏ ਆਜਾ ਮਲਮ ਬਰਦੇ ਜੀਆ। ਇਹ ਸਨ ਪੰਜਾਬ ਦੀ ਸ਼ਾਨ ਪੂਰਨ ਚੰਦ ਵਡਾਲੀ ਜੀ, ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਤੁਹਾਡੀ ਗਾਇਕੀ ਤੇ ਹਮੇਸ਼ਾ ਮਾਣ ਰਹਿਣ ਵਾਲਾ ਹੈ ਤੇ ਤੁਸੀਂ ਸਾਡੇ ਪੰਜਾਬ ਦੀ ਸਿੰਗਿੰਗ ਇਤਿਹਾਸ ਦਾ ਖਜ਼ਾਨਾ ਬਣ ਗਏ ਹੋ ਸਾਡੇ ਲਈ। ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ। ਮਿਸ਼ਾ ਬਾਜਵਾ ਦੇ ਨਾਲ ਗੱਲ ਕਰਾਂਗੇ ਹੁਣ ਫਿਟਨੈਸ ਦੀ। ਸ਼ੂਜ਼ ਪਾ ਲਏ ਹੈ ਨਾ ਤੁਸੀਂ? ਚਲੋ ਹੁਣ ਤੁਹਾਨੂੰ ਲੈ ਚੱਲਦੇ ਆ ਆਪਣੇ ਫਿਟਨੈਸ ਐਕਸਪਰਟ ਸ਼ੋਭਨਾ ਕੋ, ਜਿਨ੍ਹਾਂ ਨੇ ਕੱਲ ਸਾਨੂੰ ਦੱਸੇ ਸੀ ਸਵਿਸ ਬਾਲ ਦੇ ਇਸਤੇਮਾਲ ਨਾਲ ਕੁਝ ਐਕਸਰਸਾਈਜ਼ਸ, ਤੇ ਅੱਜ ਵੀ ਉਹ ਸਵਿਸ ਬਾਲ, ਇਸ ਵੱਡੇ ਜਿਹੇ ਬਾਲ ਨਾਲ ਕੁਝ ਹੋਰ ਈਜ਼ੀ ਐਕਸਰਸਾਈਜ਼ਸ ਸਿਖਾਣਗੇ ਜਿਹੜੇ ਕਿ ਸਾਡੇ ਮਸਲ ਸਟਰੈਂਥ ਨੂੰ ਬਣਾ ਸਕਦੇ ਨੇ। ਸੋ ਸਟੇ ਟਿਊਨਡ। गुड मॉर्निंग फ्रेंड्स, वेलकम टू सत श्री अकाल पंजाब। मेरा नाम है शोभना जुनेजा ते मेरे नाल आपां शुरू करांगे अज दा फिटनेस वर्कआउट। नैक्सट एक्सरसाइज जिहड़ी आपां स्विस बॉल नाल करन वाले हैं वो है लेटरल बेंडिंग विद द स्विस बॉल। इहनूं करन लई अगेन वी हैव टू स्टैंड विद द फीट मोर देन शोल्डर विड्थ अपार्ट, होल्डिंग द बॉल in your hands, taking the arms over your head.
इनहेल करते हुए सेंटर ऑफ द बॉडी, एक्सहेल करते हुए ट्विस्टिंग एंड टर्निंग टू वन साइड। इनहेल करते हुए सेंटर, एक्सहेल करते हुए लेफ्ट साइड। With the breath, keep on doing. Inhale in the center, exhale bending towards one side. Inhale in the center, exhale bending towards one side. Again ਤੁਸੀਂ ਵੇਖ ਰਹੇ ਹੋ ਤੁਹਾਡੀ ਸਾਈਡਸ ਇਨਵੋਲਵਡ ਹੋ ਰਹੀਆਂ ਨੇ, ਤੁਹਾਡੀ ਆਰਮਸ ਇਨਵੋਲਵਡ ਹੋ ਰਹੀਆਂ ਨੇ, ਤੁਹਾਡੀ ਪੂਰੀ ਬ੍ਰੈਥ ਇਨਵੋਲਵ ਹੋ ਰਹੀ ਹੈ ਤੇ ਤੁਹਾਡੇ ਸਪਾਈਨ ਦੀ ਲੇਟਰਲ ਬੈਂਡਿੰਗ ਹੋ ਰਹੀ ਹੈ। ਇਸ ਐਕਸਰਸਾਈਜ਼ ਦੀ ਵੀ ਤੁਸੀਂ 20 ਤੋਂ 30 ਰੈਪੀਟੀਸ਼ਨਸ ਕਰ ਸਕਦੇ ਹੋ ਤੇ ਉਸਦੇ 2 ਤੋਂ 3 ਸੈੱਟ ਕਰ ਸਕਦੇ ਹੋ। ਥੋੜੀ ਦੇਰ ਆਪਾਂ ਇਹਨੂੰ ਕਰਾਂਗੇ, ਉਸ ਤੋਂ ਬਾਅਦ ਰਿਲੈਕਸ, ਕੀਪ ਦ ਬਾਲ ਡਾਊਨ, ਟੇਕ ਫਿਊ ਲੌਂਗ ਐਂਡ ਡੀਪ ਬ੍ਰੈਥਸ। ਅੱਜ ਦੇ ਲਈ ਇੰਨਾ ਹੀ। ਤੁਸੀਂ ਵੇਖਦੇ ਰਹੋ ਸਪਾਰਕ ਪੰਜਾਬੀ। ਸਤਿ ਸ਼੍ਰੀ ਅਕਾਲ ਪੰਜਾਬ। ਵਾਹ ਯਾਰ, ਇਸ ਸਵਿਸ ਬਾਲ ਦੇ ਨਾ ਬਹੁਤ ਸਾਰੇ ਫਾਇਦੇ ਨੇ ਤੇ ਮੈਨੂੰ ਨਾ ਇਹਦੇ ਨਾਲ ਐਕਸਰਸਾਈਜ਼ ਕਰਨ ਦਾ ਮਜ਼ਾ ਬਹੁਤ ਆਉਂਦਾ ਕਿਉਂਕਿ ਇਹ ਬੜਾ ਕਿਊਟ ਜਿਹਾ ਵੱਡਾ ਜਿਹਾ ਬਾਲ ਹੈ। ਮੈਂ ਹਮੇਸ਼ਾ ਆਪਣੀ ਜਿਮ ਰੂਟੀਨ ਵਿੱਚ ਇਸ ਸਵਿਸ ਬਾਲ ਦਾ ਇਸਤੇਮਾਲ ਕਰਦੀ ਹਾਂ ਤੇ ਤੁਸੀਂ ਵੀ ਕਰਕੇ ਦੇਖੋ, ਤੁਹਾਨੂੰ ਵੀ ਮਜ਼ਾ ਯਕੀਨਨ ਆਏਗਾ ਤੇ ਤੁਹਾਡੀ ਬਾਡੀ ਨੂੰ ਫਾਇਦਾ ਵੀ ਹੋਏਗਾ। ਵੈਲਕਮ ਬੈਕ ਟੂ ਸਪਾਰਕ ਪੰਜਾਬੀ। ਤੁਸੀਂ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਪੰਜਾਬ ਵਿਦ ਮੀ ਮਿਸ਼ਾ ਬਾਜਵਾ। ਵੈਲ, ਗੱਲ ਚੱਲ ਰਹੀ ਸੀ ਫਿਟਨੈਸ ਦੀ। ਹਾਂ ਮਿਊਜ਼ਿਕ ਵੀ ਚੱਲ ਰਿਹਾ ਸੀ, ਪਰ ਆਪਾਂ ਫਿਟਨੈਸ ਤੇ ਵਾਪਸ ਆਨੇ ਆ ਕਿਉਂਕਿ ਹੁਣ ਵਾਰੀ ਆ ਗਈ ਹੈ ਤੁਹਾਨੂੰ ਤੁਹਾਡੇ ਫੇਵਰਿਟ ਸੈਲੀਬ੍ਰਿਟੀ ਗੈਸਟ ਦੇ ਰੂਬਰੂ ਕਰਾਉਣ ਦੀ, ਜੋ ਕਿ ਤੁਹਾਡੇ ਨਾਲ ਸ਼ੇਅਰ ਕਰਨਗੇ ਆਪਣੇ ਫਿਟਨੈਸ ਸੀਕ੍ਰੇਟਸ। ਸੋ ਅੱਜ ਸਾਡੇ ਨਾਲ ਨੇ ਗੀਤਾ ਜੈਲਦਾਰ। ਦੇਖਦੇ ਹਾਂ ਕੀ ਨੇ ਇਹਨਾਂ ਦੇ ਫਿਟਨੈਸ ਫੰਡਾਸ। ਇੱਕ ਤੁਹਾਨੂੰ ਗੱਲ ਦੱਸਦਾ, ਮੈਂ ਥੋੜਾ ਜਿਹਾ ਫਿੱਟ ਲੱਗਦਾ ਹੋਣਾ ਤੁਹਾਨੂੰ। ਫਿੱਟ ਮੈਂ ਇਸ ਕਰਕੇ ਕਿਉਂਕਿ ਮੈਂ ਖਾਣ ਪੀਣ ਦਾ ਬਹੁਤ ਖਿਆਲ ਰੱਖਦਾ। ਸਾਰੇ ਦਿਨ 'ਚ ਮੈਂ 2 ਰੋਟੀਆਂ ਖਾਂਦਾ, 2 ਕੱਪ ਚਾਹ ਦੇ ਪੀਂਦਾ, 2 ਅੰਡੇ ਖਾਂਦਾ, 2 ਜਿਹੜੇ ਪੀਸ ਚਿਕਨ ਦੇ ਖਾਂਦਾ। ਇੰਨੀ ਕੁ ਮੇਰੀ ਖੁਰਾਕ ਹੈ। ਸਵੇਰੇ ਉੱਠ ਕੇ ਵਾਕ ਜ਼ਰੂਰ ਕਰਦਾ ਮੈਂ ਤੇ ਵੀਕ 'ਚ 3-4 ਵਾਰੀ ਜਿਮ ਜ਼ਰੂਰ ਜਾਂਦਾ। ਤਾਂ ਕਰਕੇ ਮਾੜਾ ਜਿਹਾ ਡੋਲਾ ਤਾਂ ਹੈ ਨਹੀਂ ਮੇਰਾ, ਕਿਉਂਕਿ ਮੈਂ ਸੰਭਾਲ ਕੇ ਰੱਖਿਆ। ਡੋਲੇ ਬਣਾਉਣੇ ਨਹੀਂ, ਬਣਾਉਣ ਵਾਲੇ ਨੂੰ ਡੋਲੇ ਚੰਗੇ ਨਹੀਂ ਲੱਗਦੇ ਕਿਉਂਕਿ ਅਸੀਂ ਲੋਕਾਂ ਨੂੰ ਨਚਾਉਣਾ, ਹਸਾਉਣਾ, ਅਸੀਂ ਕਿਹੜਾ ਲੋਕਾਂ ਨਾਲ ਘੁਲਣਾ। ਸੋ ਇਸ ਕਰਕੇ ਫਿੱਟ ਰੱਖੋ ਸਰੀਰ ਨੂੰ। ਕਹਿੰਦੇ ਨੇ ਜੋ ਫਿਟ ਹੈ ਉਹੀ ਹਿੱਟ ਹੈ। ਸ਼ਾਇਦ ਗੀਤਾ ਜੈਲਦਾਰ ਦੀ ਜ਼ਿੰਦਗੀ ਵਿੱਚ ਵੀ ਇਹੀ ਗੱਲ ਸੱਚੀ ਸਾਬਿਤ ਹੁੰਦੀ ਹੈ। ਤੇ ਹੁਣ ਆਪਾਂ ਸੁਣਦੇ ਹਾਂ ਅਗਲਾ ਗਾਣਾ। ਵੈਲਕਮ ਬੈਕ ਟੂ ਸਪਾਰਕ ਪੰਜਾਬੀ। ਤੁਸੀਂ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਪੰਜਾਬ ਵਿਦ ਮੀ ਮਿਸ਼ਾ ਬਾਜਵਾ। ਹੁਣ ਵੇਲਾ ਆ ਗਿਆ ਤੁਹਾਡੇ ਲਈ ਅਜੀਬੋ ਗਰੀਬ ਖਬਰਾਂ ਦਾ। ਸੋ ਅੱਜ ਪਹਿਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਉਹ ਆ ਰਹੀ ਹੈ ਜੀ ਜਕਾਰਤਾ ਤੋਂ। ਇਸ ਦੇਸ਼ ਵਿੱਚ ਲੋਕਾਂ ਨੂੰ ਸੱਪਾਂ ਦੇ ਨਾਲ ਟਾਈਮ ਸਪੈਂਡ ਕਰਨਾ ਜ਼ਿਆਦਾ ਹੀ ਚੰਗਾ ਲੱਗ ਰਿਹਾ ਹੈ। ਵੈਲ, ਉੱਥੋਂ ਦੇ ਇੱਕ ਸਪਾ ਦੇ ਵਿੱਚ ਲੋਕੀ ਖਾਸ ਤੌਰ ਤੇ ਪੈਸੇ ਖਰਚ ਕੇ ਜਾ ਰਹੇ ਨੇ ਸੱਪਾਂ ਦੇ ਨਾਲ ਕੁਝ ਸਮਾਂ ਬਿਤਾਉਣ। ਹਾਂਜੀ, ਉੱਥੇ ਹੁੰਦੀ ਹੈ ਪਾਇਥਨ ਸੱਪਾਂ ਦੇ ਨਾਲ ਤੁਹਾਡੀ ਬਾਡੀ ਦੀ ਮਸਾਜ। ਤੁਹਾਨੂੰ ਲਿਟਾ ਕੇ ਤੁਹਾਡੇ ਉੱਤੇ ਪਾਇਥਨ ਸੱਪ ਨੂੰ ਤੋਰਿਆ ਜਾਂਦਾ ਹੈ ਤੇ ਕਹਿੰਦੇ ਨੇ ਕਿ ਜੇ ਉਹ ਸੱਪ ਕੱਟ ਵੀ ਜਾਏ ਨਾ ਤਾਂ ਵੀ ਸਰੀਰ ਨੂੰ ਨੁਕਸਾਨ ਕੋਈ ਨਹੀਂ ਹੋਊਗਾ, ਫਾਇਦਾ ਹੀ ਹੋਊਗਾ। ਸੱਪ ਦਾ ਭਾਰ ਜਦੋਂ ਤੁਹਾਡੀ ਬਾਡੀ ਤੇ ਰੇਂਗਦਾ ਹੈ ਤੇ ਤੁਹਾਡੀ ਬਾਡੀ ਦੀ ਥਕਾਨ ਨੂੰ ਦੂਰ ਕਰਦਾ ਹੈ, ਇਦਾਂ ਉਹਨਾਂ ਦਾ ਕਹਿਣਾ ਹੈ ਤੇ ਮੰਨਣਾ ਵੀ ਹੈ। ਵੈਲ, ਮੇਰੇ ਵਰਗੀ ਨੂੰ ਤੇ ਸੱਪ ਸੁੰਘ ਵੀ ਜਾਏ ਨਾ ਤੇ ਹਾਰਟ ਅਟੈਕ ਹੀ ਹੋ ਜਾਏ। ਧੰਨ ਨੇ ਲੋਕ ਜਿਹੜੇ ਆਪਣੀ ਬਾਡੀ ਦੇ ਉੱਤੇ ਸੱਪ ਨੂੰ ਚੜਨ ਤੇ ਰੇਂਗਣ ਦੀ ਇਜਾਜ਼ਤ ਤੇ ਹੌਸਲਾ ਰੱਖਦੇ ਨੇ। ਧੰਨ ਹੋ ਬਈ ਤੁਸੀਂ। ਹੁਣ ਇਸ ਤੋਂ ਜ਼ਿਆਦਾ ਅਜੀਬੋ ਗਰੀਬ ਖਬਰ ਨਹੀਂ ਹੋ ਸਕਦੀ। ਵਾਲੇ ਕਹਿੰਦੇ ਨੇ ਯਹਾਂ ਸਭ ਕੁਝ ਵਿਕਤਾ ਹੈ ਤੇ ਨਿਊਯਾਰਕ ਦੇ ਕਪਲ ਨੇ ਇਸ ਗੱਲ ਨੂੰ ਕੁਝ ਜ਼ਿਆਦਾ ਹੀ ਸੀਰੀਅਸਲੀ ਲੈ ਲਿਆ ਹੈ। ਉਹਨਾਂ ਨੇ ਇੱਥੇ ਸੇਲ ਤੇ ਲਾ ਦਿੱਤਾ ਹੈ ਆਪਣਾ ਬੱਚਾ। ਹਾਂਜੀ, ਆਪਣਾ ਬੱਚਾ ਉਹਨਾਂ ਨੇ ਆਪਣੀ ਔਲਾਦ ਨੂੰ OLX ਤੇ ਵੇਚਣ ਲਈ ਲਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ, ਇਸ ਗੱਲ ਦਾ ਤਰਕ ਇਹ ਦਿੰਦੇ ਨੇ ਕਿ ਉਹ ਬੱਚਾ ਬਹੁਤ ਤੰਗ ਕਰਦਾ ਉਹਨਾਂ ਨੂੰ ਤੇ ਰਾਤ ਨੂੰ ਰੋਂਦਾ ਹੈ ਤੇ ਸੌਣ ਨਹੀਂ ਦਿੰਦਾ ਹੈ। ਵੈਲ, ਮੈਨੂੰ ਲੱਗਦਾ ਜ਼ਰੂਰ ਕਸੂਰ ਇਹਨਾਂ ਮਾਂ-ਬਾਪ ਦਾ ਹੋਣਾ। ਦਿਨੇ ਸਾਰਾ ਦਿਨ ਆਪ ਝਗੜਾ ਕਰਦੇ ਹੋਣੇ ਤੇ ਬੱਚੇ ਨੂੰ ਸੌਣ ਨਹੀਂ ਦਿੰਦੇ ਹੋਣੇ ਤੇ ਰਾਤੀ ਵਿਚਾਰਾ ਉਹ ਕੀ ਕਰੇ ਜਿਹਨੂੰ ਅਟੈਂਸ਼ਨ ਨਹੀਂ ਮਿਲ ਰਹੀ, ਉਹਨੇ ਤੇ ਰੋਣਾ ਹੀ ਹੋਇਆ। ਬਟ ਇਸ ਤੋਂ ਜ਼ਿਆਦਾ ਵੀਅਰਡ, ਇਸ ਤੋਂ ਜ਼ਿਆਦਾ ਪਾਗਲਪਨ ਵਾਲੀ ਖਬਰ ਵੀ ਕੋਈ ਹੋ ਸਕਦੀ ਹੈ? ਨਹੀਂ ਨਾ। ਓਹ, ਸਤਿ ਸ਼੍ਰੀ ਅਕਾਲ ਪੰਜਾਬ। ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਵਾਰੀ ਆ ਗਈ ਹੈ ਬਾਲੀਵੁੱਡ ਦੀਆਂ ਚੁਗਲੀਆਂ ਦੀ। ਹਾਂਜੀ, ਮੈਨੂੰ ਪਤਾ ਹੈ ਤੁਸੀਂ ਉਡੀਕ ਰਹੇ ਹੋਵੋਗੇ ਕਿ ਅੱਜ ਕਿਹੜੀ ਗੌਸਿਪ ਮੈਂ ਤੁਹਾਡੇ ਨਾਲ ਕਰਨ ਜਾ ਰਹੀ ਹਾਂ। ਵੈਲ, ਬਾਲੀਵੁੱਡ ਵਾਲੇ ਨਾ ਵੈਸੇ ਕੋਈ ਵੀ ਅਜੀਬ ਹਰਕਤ ਕਰਦੇ ਨੇ ਉਹ ਖਬਰਾਂ 'ਚ ਆ ਹੀ ਜਾਂਦੇ ਨੇ। ਹੁਣ ਆ ਖਬਰ ਦੇਖ ਲਓ। ਨਰਗਿਸ ਫਕਰੀ ਇਜ਼ ਬਿਹੇਵਿੰਗ ਟੂ ਬਿਜ਼ੀ ਆਈ ਗੈਸ। ਉਹਨਾਂ ਨੇ ਸੈੱਟ ਤੇ ਪਹੁੰਚ ਕੇ ਕਿਹਾ ਕਿ ਮੈਂ ਫਰੈਸ਼ ਹੋਣਾ ਚਾਹੁੰਦੀ ਹਾਂ, ਇਸ ਲਈ ਮੇਰੇ ਲਈ ਬ੍ਰਸ਼ ਟੂਥਪੇਸਟ ਲਿਆਇਆ ਜਾਏ। ਹਾਂ ਜੀ ਹਾਂ, ਉਹਨਾਂ ਨੇ ਸੈੱਟ ਤੇ ਆ ਕੇ ਆਪਣੀ ਵੈਨਿਟੀ ਵਿੱਚ ਆ ਕੇ ਬ੍ਰਸ਼ ਕੀਤਾ। ਵੈਲ ਨਰਗਿਸ, ਆਈ ਥਿੰਕ ਦ ਨੀਡ ਆਫ ਦੀ ਆਰ ਇਜ਼ ਕਿ ਤੁਸੀਂ ਆਪਣੇ ਐਕਟਿੰਗ ਸਕਿੱਲਸ ਨੂੰ ਬ੍ਰਸ਼ ਅਪ ਕਰੋ। ਆ ਦੰਦ ਤੇ ਤੁਸੀਂ ਘਰ ਵੀ ਮਾਂਜ ਕੇ ਆ ਸਕਦੇ ਸੀ।
ਵੈਲ ਸੈਲੀਬ੍ਰਿਟੀਜ਼ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਆਪਣੇ ਆਪ ਨੂੰ ਲਾਈਮਲਾਈਟ ਵਿੱਚ ਬਣਾਏ ਰੱਖਣ ਲਈ ਤੇ ਸਨੀ ਲਿਓਨੀ ਦੀ ਫਿਲਮ ਆ ਰਹੀ ਹੈ ਜੀ ਜੈਕਪॉट ਅੱਗੇ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਇਸ ਫਿਲਮ ਦੇ ਪ੍ਰੋਮੋ ਤੇ ਟ੍ਰੇਲਰ ਨੂੰ ਹੁਣ ਤੱਕ 85 ਲੱਖ ਹਿੱਟਸ ਔਨ YouTube ਆਲਰੇਡੀ ਮਿਲ ਚੁੱਕੇ ਨੇ। ਵੈਲ ਹਲੇ ਫਿਲਮ ਤੇ ਆਣੀ ਬਾਕੀ ਹੈ, ਇਹ ਤੇ ਸਿਰਫ ਟ੍ਰੇਲਰ ਦਾ ਇਹ ਹਾਲ ਹੋ ਰਿਹਾ ਹੈ। ਵੈਸੇ ਮੈਂ ਇੱਕ ਗੱਲ ਦੱਸਾਂ, ਅੰਦਰ ਦੀ ਗੱਲ, YouTube ਤੇ ਹਿੱਟ ਵਧਾਉਣਾ ਨਾ ਕੋਈ ਵੱਡੀ ਗੱਲ ਨਹੀਂ ਹੈਗੀ। ਅੱਜ ਕੱਲ ਤੇ ਸੌਫਟਵੇਅਰ ਦੇ ਨਾਲ ਤੁਸੀਂ ਕਿਸੇ ਵੀ ਚੀਜ਼ ਦੇ ਹਿੱਟ ਵਧਾ ਲਓ। ਵੈਲਕਮ ਬੈਕ ਟੂ ਸਤਿ ਸ਼੍ਰੀ ਅਕਾਲ ਪੰਜਾਬ। ਤੁਸੀਂ ਦੇਖ ਰਹੇ ਹੋ ਮੈਨੂੰ ਮਿਸ਼ਾ ਬਾਜਵਾ ਨੂੰ ਓਨਲੀ ਔਨ ਸਪਾਰਕ ਪੰਜਾਬੀ ਤੇ ਹੁਣ ਵਾਰੀ ਆ ਗਈ ਹੈ ਹਾਂਜੀ ਸਾਡੇ ਪ੍ਰੋਪਰ ਪਟੋਲਿਆਂ ਦੀ। ਵੈਲ ਪਟੋਲਿਓ ਸਾੜੀ ਬੰਨਣ ਦਾ ਸ਼ੌਂਕ ਰੱਖਦੇ ਹੋ? ਵੈਲ ਮੈਨੂੰ ਸ਼ੌਂਕ ਤੇ ਬਹੁਤ ਹੈ ਪਰ ਮੈਨੂੰ ਬੰਨਣੀ ਬਿਲਕੁਲ ਨਹੀਂ ਆਉਂਦੀ। ਐਨੀਵੇਜ਼ ਸਾੜੀਜ਼ ਕੈਨ ਨੈਵਰ ਗੋ ਆਊਟ ਆਫ ਫੈਸ਼ਨ wherever you live in the world. Indians have to carry sarees, you see। ਔਰ ਇੰਨੀ ਐਲੀਗੈਂਟ ਇੰਨੀ ਸੋਹਣੀ ਡਰੈਸ ਹੈ ਕਿ ਆਏ ਹਾਏ ਕੁਰਬਾਨ ਜਾਵਾਂ। ਤੇ ਅੱਜ ਸਟਾਈਲਿਸਟ ਸਾਡੇ ਨੇ ਮਨਦੀਪ ਸਾਡੇ ਨਾਲ ਸ਼ੇਅਰ ਕਰਨਗੇ ਕੁਝ ਇੰਟਰਸਟਿੰਗ ਸਾੜੀ ਟ੍ਰੈਂਡਸ। ਹਾਈ ਫਰੈਂਡਸ, ਮੈਂ ਹਾਂ ਮਨਦੀਪ ਲੇਟ ਤੇ ਤੁਸੀਂ ਵੇਖ ਰਹੇ ਹੋ ਸਪਾਰਕ ਪੰਜਾਬੀ ਦਾ ਨਵਾਂ ਸ਼ੋਅ ਸਤਿ ਸ਼੍ਰੀ ਅਕਾਲ ਪੰਜਾਬ। ਅੱਜ ਮੈਂ ਕੁਝ ਆਪਣੀ ਹੀ ਬਣਾਈਆਂ ਹੋਈਆਂ ਡਰੈਸਿਸ ਤੁਹਾਨੂੰ ਦੱਸੂਗਾ ਕਿਵੇਂ ਤੁਸੀਂ ਬਣ ਸਕਦੇ ਹੋ ਪ੍ਰੋਪਰ ਪਟੋਲਾ। ਹਾਈ ਫਰੈਂਡਸ, ਇਹ ਮੇਰੀ ਹੀ ਡਿਜ਼ਾਈਨ ਕੀਤੀ ਗਈ ਡਰੈਸ ਹੈ ਜਿਹਦੇ ਤੁਸੀਂ ਦੇਖ ਸਕਦੇ ਹੋ ਇਹਦਾ ਕੰਬੀਨੇਸ਼ਨ ਬਲੈਕ ਤੇ ਵਾਈਟ ਹੈ। ਬਲੈਕ ਐਂਡ ਵਾਈਟ ਇੱਕ ਬਹੁਤ ਹੀ ਫਾਰਮਲ ਕੰਬੀਨੇਸ਼ਨ ਹੈ ਬਟ ਉਹਨੂੰ ਆਪਾਂ ਇੱਕ ਇੰਡੀਅਨ ਐਥਨਿਕ ਵੇਅਰ ਯੂਜ਼ ਕੀਤਾ ਬਿਕੋਜ਼ ਵਾਈਟ ਇੱਕ ਬਹੁਤ ਹੀ ਰਾਇਲ ਫੀਲਿੰਗ ਦਿੰਦਾ ਹੈ। ਜਿੱਦਾਂ ਤੁਸੀਂ ਦੇਖ ਸਕਦੇ ਹੋ ਚੋਲੀ ਵਿੱਚ ਆਪਾਂ ਪੂਰਾ ਸੀਕੁਐਂਸ ਵਰਕ ਯੂਜ਼ ਕੀਤਾ ਹੈ ਤੇ ਉਸੇ ਨੂੰ ਕੰਪਲੀਮੈਂਟ ਕਰਨ ਵਾਸਤੇ ਆਪਾਂ ਲਹਿੰਗੇ ਦੇ ਵਿੱਚ ਗੋਟਾ ਵਰਕ, ਸਿਲਕ ਥ੍ਰੈਡ ਤੇ ਬੀਡ ਵਰਕ ਯੂਜ਼ ਕੀਤਾ ਹੈ ਚੁੰਨੀ ਨੂੰ ਕੰਪਲੀਮੈਂਟ ਕਰਨ ਵਾਸਤੇ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਨੈਕ ਪੀਸ ਹੈ ਉਹ ਬਹੁਤ ਹੀ ਐਂਟੀਕ ਹੈ। ਜਿਹੜੇ ਲਹਿੰਗੇ ਤੇ ਐਮਬਰਾਇਡਰੀ ਦੇ ਮੋਟਿਵਸ ਨੇ ਉਹ ਵੀ ਰਾਜਸਥਾਨ ਦੇ ਰਾਇਲ ਜਿਹੜੇ ਰਾਜ ਘਰਾਨਾ ਹੁੰਦੇ ਸੀ ਉੱਥੋਂ ਇੰਸਪਾਇਰਡ ਨੇ। ਫਰੈਂਡਸ, ਤੁਸੀਂ ਜਿੱਦਾਂ ਦੇਖ ਸਕਦੇ ਹੋ ਲਹਿੰਗੇ ਤੇ ਸਿਰਫ ਬਾਰਡਰ ਤੇ ਹੀ ਕੰਮ ਕੀਤਾ ਗਿਆ ਹੈ ਤੇ ਲਹਿੰਗਾ ਵਿੱਚੋਂ ਪੂਰਾ ਹੀ ਪਲੇਨ ਹੈ। ਉਸੇ ਚੀਜ਼ ਨੂੰ ਬੈਲੈਂਸ ਕਰਨ ਵਾਸਤੇ ਆਪਾਂ ਚੁੰਨੀ ਨੂੰ ਆਲ ਓਵਰ ਫਿਨਿਸ਼ਿੰਗ ਦਿੱਤੀ ਹੈ ਤੇ ਪੂਰੀ ਚੁੰਨੀ ਦੇ ਵਿੱਚ ਛਿੱਟਾ ਦਿੱਤਾ ਹੈ ਤੇ ਚੁੰਨੀ ਦੇ ਆਲ ਓਵਰ ਬਾਰਡਰਸ ਤੇ ਆਪਾਂ ਜ਼ਰੀ ਤੇ ਸਿੱਪੀ ਦਾ ਵਰਕ ਦਿੱਤਾ ਹੈ। ਚੁੰਨੀ ਦੇ ਇੱਕਦਮ ਵਿੱਚੋਂ ਵਿੱਚ ਆਪਾਂ ਛੋਟੀ ਛੋਟੀ ਬੂਟੀਆਂ ਦਿੱਤੀਆਂ ਜੋ ਕਿ ਸਿਲਕ ਥ੍ਰੈਡ ਤੇ ਜ਼ਰੀ ਦੀ ਐਮਬਰਾਇਡਰੀ ਨਾਲ ਹੋਈਆਂ ਨੇ। ਸਿਲਕ ਥ੍ਰੈਡ ਆਪਾਂ ਇਸ ਲਈ ਯੂਜ਼ ਕੀਤਾ ਬਿਕੋਜ਼ ਉਹ ਲਹਿੰਗੇ ਦੇ ਵਿੱਚ ਥੱਲੇ ਪੂਰਾ ਹੀ ਸਿਲਕ ਥ੍ਰੈਡ ਤੇ ਬੀਡ ਵਰਕ ਸੀ ਜੋ ਕਿ ਚੁੰਨੀ ਨੂੰ ਹੀ ਕੰਪਲੀਮੈਂਟ ਕਰ ਰਿਹਾ ਸੀ। ਫਰੈਂਡਸ, ਤੁਸੀਂ ਦੇਖਿਆ ਕਿਵੇਂ ਇੱਕ ਐਥਨਿਕ ਵੇਅਰ ਨਾਲ ਤੁਸੀਂ ਬਣ ਸਕਦੇ ਹੋ ਪ੍ਰੋਪਰ ਪਟੋਲਾ। ਸੋ ਕੱਲ ਮਿਲਦੇ ਹਾਂ ਕੁਝ ਨਵੇਂ ਡਿਜ਼ਾਈਨਸ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਪੰਜਾਬ। ਵੈਲ ਮਨਦੀਪ ਦੇ ਆਈਡੀਆਜ਼ ਨੇ ਮੈਨੂੰ ਬਹੁਤ ਇਨਸਪਾਇਰ ਕੀਤਾ। ਮੇਰਾ ਦਿਲ ਕਰ ਰਿਹਾ ਹੈ ਕਿ 2-4 ਨਵੀਆਂ ਸਾੜੀਜ਼ ਆਪਣੀ ਵਾਰਡਰੋਬ ਵਿੱਚ ਐਡ ਕਰਾਂ। ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਵਿਦ ਮੀ ਮਿਸ਼ਾ ਬਾਜਵਾ ਤੇ ਵਾਰੀ ਆ ਗਈ ਹੈ ਯਾਰੀਆਂ ਨਿਭਾਉਣ ਦੀ। ਹਾਂਜੀ, ਯਾਨੀ ਕਿ ਰਿਲੇਸ਼ਨਸ਼ਿਪ ਦੀਆਂ ਉਲਝਣਾਂ, ਖੱਟੀਆਂ ਮਿੱਠੀਆਂ ਤਕਰਾਰਾਂ ਜੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਨਾ ਰਹਿਣ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਹੱਲ ਕਰਨ ਦੀ। ਸੋ ਅੱਜ ਸਾਨੂੰ ਫੇਸਬੁੱਕ ਤੇ ਇਨਬਾਕਸ ਕੀਤਾ ਹੈ ਮਾਨਵ ਨੇ। ਮਾਨਵ ਇੱਕ ਅਜੀਬ ਜਿਹੀ ਦੁਵਿਧਾ ਵਿੱਚ ਨੇ ਤੇ ਉਹ ਕੁਝ ਘਬਰਾਏ ਹੋਏ ਜਿਹੇ ਲੱਗ ਰਹੇ ਨੇ। ਮਾਨਵ ਦਾ ਇੱਕ ਲੜਕੀ ਨਾਲ, ਉਹਨਾਂ ਦੀ ਗਰਲਫ੍ਰੈਂਡ ਨਾਲ ਪਿਛਲੇ 4 ਸਾਲ ਤੋਂ ਰਿਲੇਸ਼ਨਸ਼ਿਪ ਹੈ ਪਰ ਪ੍ਰੋਬਲਮ ਉਦੋਂ ਆ ਗਈ ਜਦੋਂ ਉਹ ਸਡਨਲੀ ਉਹਨਾਂ ਤੋਂ ਕੱਟਣੀ ਸ਼ੁਰੂ ਹੋ ਗਈ। ਉਹਨਾਂ ਦੀ ਗਰਲਫ੍ਰੈਂਡ ਉਹਨਾਂ ਤੋਂ ਰੁੱਸੀ ਨਾਰਾਜ਼ ਤੇ ਦੂਰੀਆਂ ਵਧਾਉਂਦੀ ਨਜ਼ਰ ਆਈ। ਵੈਲ ਮਾਨਵ ਨੂੰ ਲੱਗਦਾ ਹੈ ਕਿ ਇਹਦਾ ਕਾਰਨ ਇਹ ਹੈ ਕਿ ਜਦੋਂ ਦਾ ਉਹਨਾਂ ਨੇ ਆਪਣੀ ਜੌਬ ਨੂੰ ਛੱਡ ਕੇ ਕੁਝ ਅਲੱਗ ਕਰਨ ਦਾ ਰਿਸਕ ਲਿਆ ਹੈ ਉਹ ਉਹਨਾਂ ਤੋਂ ਕੱਟਣੇ ਸ਼ੁਰੂ ਹੋ ਗਏ ਨੇ। ਵੈਲ ਮਾਨਵ, ਆਈ ਮਸਟ ਅਪਲੌਡ ਯੂ ਕਿ ਤੁਸੀਂ ਇੰਨੇ ਡਰੇਰਿੰਗ ਤੇ ਬਰੇਵ ਰਹੇ ਹੋ ਕਿ ਤੁਸੀਂ ਆਪਣੀ ਜੌਬ ਨੂੰ ਸਾਈਡ ਤੇ ਰੱਖ ਕੇ ਆਪਣੇ ਡ੍ਰੀਮ ਨੂੰ ਚੇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਦੋਂ ਬੰਦਾ ਰਿਸਕ ਲਏਗਾ ਤਦ ਹੀ ਤੇ ਕੁਝ ਬ੍ਰਿਲੀਅੰਟ ਨਿਕਲੇਗਾ, ਵਰਨਾ ਜੌਬ ਤੇ ਤੁਸੀਂ ਤੁਹਾਡੇ ਕੁਆਲੀਫਾਈਡ ਹੈਗੇ ਹੋ ਤੁਸੀਂ ਤੇ ਤੁਸੀਂ ਉੱਤੇ ਵਾਪਸ ਜਾ ਹੀ ਸਕਦੇ ਹੋ। ਸੋ ਆਈ ਵੁੱਡ ਸੇ ਔਨ ਦਿਸ ਰਿਲੇਸ਼ਨਸ਼ਿਪ ਫਰੰਟ ਕਿ ਜੇ ਤੁਹਾਡੀ ਗਰਲਫ੍ਰੈਂਡ ਇਸ ਗੱਲ ਤੋਂ ਕੰਨੀ ਕਰ ਰਹੀ ਹੈ ਨਾ ਤੇ ਫਿਰ ਉਹ ਥੋੜੀ ਜੀ ਬਦਕਿਸਮਤ ਕਹੀ ਜਾ ਸਕਦੀ ਹੈ ਕਿਉਂਕਿ ਜੇ ਉਹਨਾਂ ਨੂੰ ਤੁਹਾਡੀ ਕਾਬਲੀਅਤ, ਤੁਹਾਡੇ ਕੌਨਫੀਡੈਂਸ ਤੇ ਕੌਨਫੀਡੈਂਸ ਨਹੀਂ ਹੈ ਨਾ ਤੇ ਫਿਰ ਸ਼ਾਇਦ ਉਹ ਤੁਹਾਨੂੰ ਡਿਜ਼ਰਵ ਨਹੀਂ ਕਰਦੇ। ਪਰ ਫਿਰ ਵੀ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਇਹ ਜ਼ਰੂਰ ਕਵਾਂਗੀ ਕਿ ਤੁਸੀਂ ਆਪਣੇ ਦਿਲ 'ਚ ਕੋਈ ਵੀ ਗੱਲ ਅਜ਼ਿਊਮ ਨਾ ਕਰੋ ਕਿਉਂਕਿ ਤੁਹਾਨੂੰ ਵੀ ਤੁਹਾਡੀ ਗਰਲਫ੍ਰੈਂਡ ਨੇ ਇਹ ਗੱਲ ਕਹੀ ਨਹੀਂ ਹੈ ਹਾਲੇ ਤੱਕ ਕਿ ਉਹ ਇਸ ਕਾਰਨ ਦੀ ਵਜ੍ਹਾ ਨਾਲ ਤੁਹਾਡੇ ਤੋਂ ਦੂਰ ਹੁੰਦੇ ਜਾ ਰਹੇ ਨੇ। ਸੋ ਆਈ ਵੁੱਡ ਸੁਜੈਸਟ ਦੈਟ ਯੂ ਸਿਟ ਵਿਦ ਹਰ, ਡਿਸਕਸ ਵਿਦ ਹਰ ਐਂਡ ਇਫ you think ਕਿ problem ਦਾ ਕਾਰਨ ਇਹੀ ਹੈ then you can beautifully part ways without having any grudge in your heart. So ਆਪਣੇ ਦਿਲ ਚੋਂ ਸਾਰੀਆਂ ਖੁੰਨਸਾਂ, ਸਾਰੀਆਂ confusions ਬਾਹਰ ਕਰ ਦਿਓ, ਉਹਨਾਂ ਨਾਲ ਬੈਠ ਕੇ ਗੱਲ ਕਰੋ ਤੇ ਉਹਨਾਂ ਨੂੰ ਜਾਂ ਤਾਂ confidence ਦਿਵਾਓ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਵਾਪਸ ਰਹਿਣ ਕਿ ਜੋ ਤੁਸੀਂ ਸਟੈਪ ਲਿਆ ਹੈ ਉਹ ਚੰਗੇ ਲਈ ਲਿਆ ਹੈ ਤੇ ਤੁਸੀਂ ਉਹਦੇ ਨਾਲ ਕੁਝ ਅੱਛਾ ਹੀ ਲਾਈਫ 'ਚ ਕਰੋਗੇ। ਵੈਲਕਮ ਬੈਕ
back to Spark Punjabi. You're watching Sat Shri Akal Punjab with me, Misha Bajwa. Yes, it's time to go around Punjab ਤੇ ਦੇਖਦੇ ਹਾਂ ਕਿ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀ ਹਲਚਲ ਹੋ ਰਹੀ ਹੈ। ਸ਼ੁਰੂਆਤ ਕਰਦੇ ਹਾਂ ਚੰਡੀਗੜ੍ਹ ਦੇ ਨਾਲ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਪੋਸਟਲ ਸਟੈਂਪ ਰਿਲੀਜ਼ ਕੀਤੀ ਗਈ ਸੀ। ਇਹ ਖਬਰ ਆਪਾਂ ਤੁਹਾਨੂੰ ਦੱਸੀ ਸੀ ਤੇ ਹੁਣ ਖਬਰ ਹੈ ਚੰਡੀਗੜ੍ਹ ਤੋਂ, ਜਿੱਥੇ 990 ਸਟੈਂਪਸ ਵਿਦ ਸਚਿਨ ਤੇਂਦੁਲਕਰਸ ਫੋਟੋ ਆਲਰੇਡੀ ਸੋਲਡ ਨੇ। ਹਾਂਜੀ, 990 ਸਟੈਂਪਸ ਹੁਣ ਤੱਕ ਉਹਨਾਂ ਦੇ ਫੈਨਸ ਬਟੋਰ ਚੁੱਕੇ ਨੇ, ਖਰੀਦ ਚੁੱਕੇ ਨੇ ਤੇ ਆਪਣੇ ਸਟੈਂਪ ਕਲੈਕਸ਼ਨ ਦੇ ਵਿੱਚ ਸ਼ਾਮਿਲ ਕਰ ਚੁੱਕੇ ਨੇ। ਇਹਦੇ ਤੋਂ ਇੱਕ ਗੱਲ ਤੇ ਕਲੀਅਰ ਪਤਾ ਲੱਗਦੀ ਹੈ, ਚਿੱਠੀਆਂ ਲਿਖਣ ਦਾ ਜ਼ਮਾਨਾ ਨਾ ਹੁੰਦੇ ਹੋਏ ਵੀ ਇਹਨਾਂ ਸਟੈਂਪਸ ਦੀ ਵਿਕਰੀ ਤੋਂ ਇਹ ਸਮਝ ਆ ਜਾਂਦਾ ਹੈ ਕਿ ਸਚਿਨ ਤੇਂਦੁਲਕਰ ਵਾਕਈ ਹੀ ਕ੍ਰਿਕਟ ਦੇ ਭਗਵਾਨ ਨੇ। ਚੰਡੀਗੜ੍ਹ ਤੋਂ ਬਾਅਦ ਹੁਣ ਚੱਲਦੇ ਹਾਂ ਸ਼ਹਿਰ ਪਟਿਆਲੇ, ਜਿੱਥੇ ਬਿਗ FM ਆਰਜੇ ਮੰਨਤ ਸਾਡੇ ਇੰਤਜ਼ਾਰ ਵਿੱਚ ਨੇ ਆਪਣੇ ਸ਼ਹਿਰ ਦੀਆਂ ਸਰਗਰਮੀਆਂ ਦੇ ਨਾਲ। ਹਾਂਜੀ ਆਰਜੇ ਮੰਨਤ। ਅ ਵੈਰੀ ਗੁੱਡ ਮਾਰਨਿੰਗ ਮਿਸ਼ਾ। ਆਪਾਂ ਉਹ ਸੁਣਿਆ ਹੀ ਹੈ ਕਿ ਸਾਨੂੰ ਹਮੇਸ਼ਾ ਖਿੜੇ ਮੱਥੇ ਮਿਲਣਾ ਚਾਹੀਦਾ ਹੈ, ਬਈ ਸਾਹਮਣੇ ਵਾਲੇ ਨੂੰ ਮੁਲਾਕਾਤ ਦੀ ਵਾਰਮਥ ਵੀ ਮਹਿਸੂਸ ਹੋਵੇ। ਇਹੋ ਜਿਹੀ ਕੁਝ ਹੱਸਦੇ ਮੁਸਕਰਾਉਂਦੇ ਚਿਹਰੇ ਸਾਨੂੰ ਪਟਿਆਲੇ ਦੇ ਰੋਡਸ ਤੇ ਵੀ ਨਜ਼ਰ ਆ ਜਾਂਦੇ ਨੇ ਅਕਸਰ, ਕਦੇ ਸਾਨੂੰ ਸਪੈਸ਼ਲ ਡੇਜ਼ ਦੀ ਵਿਸ਼ੇਸ ਦਿੰਦੇ ਹੋਏ, ਕਦੇ ਸਾਡਾ ਵੈਲਕਮ ਕਰਦੇ ਹੋਏ। ਇਨਫੈਕਟ ਸਾਨੂੰ ਨਵੇਂ ਆਫਰਸ ਦਿਖਾ ਕੇ ਵੀ ਸਾਡਾ ਧਿਆਨ ਥੱਲੇ ਦੇ ਬੋਰਡ ਤੇ ਲੱਗੀ ਇਨਫੋਰਮੇਸ਼ਨ ਤੋਂ ਹਟਾ ਕੇ ਆਪਣੇ ਵੱਲੋਂ ਖਿੱਚ ਰਹੇ ਹੁੰਦੇ ਨੇ। ਵੈਸੇ ਸੁਪਰੀਮ ਕੋਰਟ ਵੱਲੋਂ ਆਰਡਰਸ ਆਉਣ ਤੋਂ ਬਾਅਦ ਵੀ ਇਹੋ ਜਿਹੇ ਪੋਸਟਰਸ ਗਵਰਨਮੈਂਟ ਬੋਰਡਸ ਐਂਡ ਬਿਲਡਿੰਗਸ ਤੇ ਚਿਪਕੇ ਹੋਏ ਨਜ਼ਰ ਆ ਜਾਂਦੇ ਨੇ, ਜੋ ਕਿ ਇੱਕ ਆਫੈਂਸ ਹੈ। ਇਸ ਦੇ ਲਈ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ ਪੋਸਟਰ ਲਗਾਉਣ ਵਾਲੇ ਦੇ ਖਿਲਾਫ। ਬਟ ਹਾਲੇ ਤੱਕ ਤਾਂ ਜੀ ਸਾਡੇ ਪਟਿਆਲੇ ਦੇ ਵਿੱਚ ਸਾਰੇ ਸਾਬਤ ਤੇ ਫਟੇ ਪੋਸਟਰਸ ਹੀਰੋ ਹੀ ਨੇ। ਥੈਂਕ ਯੂ ਸੋ ਮਚ ਆਰਜੇ ਮੰਨਤ। ਵੈਲਕਮ ਬੈਕ ਟੂ ਸਪਾਰਕ ਪੰਜਾਬੀ। ਤੁਸੀਂ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਪੰਜਾਬ ਵਿਦ ਮੀ ਮਿਸ਼ਾ ਬਾਜਵਾ ਤੇ ਆਪਾਂ ਹੁਣ ਚੱਲ ਰਹੇ ਹਾਂ ਤੁਹਾਨੂੰ ਲੈ ਕੇ ਬਿਗ FM ਆਰਜੇ ਸਿਮਰਨ ਕੋਲ। ਕਿੱਥੇ? ਅੰਮ੍ਰਿਤਸਰ। ਯੈਸ, ਸਤਿ ਸ਼੍ਰੀ ਅਕਾਲ ਸਿਮਰਨ, ਕੀ ਖਬਰ ਹੈ ਤੁਹਾਡੇ ਸ਼ਹਿਰ ਦੀ? ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਮਿਸ਼ਾ, ਬੜੇ ਸੋਹਣੇ ਲੱਗ ਰਹੇ ਹੋ ਤੁਸੀਂ ਐਜ਼ ਯੂਜੂਅਲ। ਓ ਥੈਂਕ ਯੂ। ਐਂਡ ਸਤਿ ਸ਼੍ਰੀ ਅਕਾਲ ਪੰਜਾਬ। ਗੱਲ ਕਰਦੇ ਹਾਂ ਅੰਮ੍ਰਿਤਸਰ ਸ਼ਹਿਰ ਦੀ, ਤਰੱਕੀਆਂ ਤੇ ਹੈਗਾ ਸਾਡਾ ਸ਼ਹਿਰ। ਕੱਲ ਦੇ ਦਿਨ ਇੱਕ ਬੜੀ ਵਧੀਆ ਗੱਲ ਹੋਈ ਆਪਣੇ ਸ਼ਹਿਰ ਦੇ ਵਿੱਚ। ਗੋਲਡਨ ਟੈਂਪਲ ਦੇ ਕੋਲ ਜਲਿਆਂਵਾਲਾ ਬਾਗ ਵਾਲੇ ਪਾਸੇ ਇੱਕ ਬਹੁਤ ਵੱਡੀ LED ਸਕਰੀਨ 13 ਬਾਈ 8 ਫੁੱਟ ਦੀ LED ਸਕਰੀਨ ਲੱਗ ਗਈ ਹੈ, ਜਿੱਥੇ ਸਾਰੀ ਦੀ ਸਾਰੀ ਸ਼ਹਿਰ ਦੇ ਨਾਲ ਜੁੜੀ ਹੋਈ ਇਨਫੋਰਮੇਸ਼ਨ ਡਿਸਪਲੇ ਹੋਏਗੀ। ਇਹ ਖਾਸ ਕਰ ਉਹਨਾਂ ਵਾਸਤੇ ਕੰਮ ਆਉਣ ਵਾਲੀ ਹੈ ਜਿਹੜੇ ਲੋਕ ਅੰਮ੍ਰਿਤਸਰ ਨੂੰ ਆ ਰਹੇ ਨੇ ਤੇ ਅੰਮ੍ਰਿਤਸਰ ਘੁੰਮਣ ਦਾ ਪਲਾਨ ਕਰ ਰਹੇ ਨੇ। ਸੋ ਜੇ ਤੁਹਾਡੇ ਰਿਲੇਟਿਵਸ ਜਾਂ ਤੁਹਾਡੇ ਫਰੈਂਡਸ ਜਿਹੜੇ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਹਜੇ ਤੱਕ ਨਹੀਂ ਵੇਖਿਆ, ਉਹ ਇੱਥੇ ਆ ਰਹੇ ਨੇ, ਉਹਨਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਹੋ ਚੁੱਕੀ ਹੈ, ਕਿਉਂਕਿ ਹੁਣ ਉਸ ਸਕਰੀਨ ਦੇ ਉੱਤੇ ਤੁਹਾਨੂੰ ਸ਼ਹਿਰ ਦੇ ਸਾਰੇ ਰਿਲੀਜੀਅਸ ਤੇ ਹਿਸਟੋਰੀਕਲ ਪਲੇਸਿਸ ਦੀਆਂ ਡਿਟੇਲਸ ਮਿਲਣਗੀਆਂ, ਨਾਲ ਦੇ ਨਾਲ ਸਾਰੀਆਂ ਫਲਾਈਟਸ ਦੀਆਂ ਅਪਡੇਟਸ, ਬੱਸਸ, ਰੇਲ ਦੀਆਂ ਟਾਈਮਿੰਗਸ, ਇਹ ਸਭ ਕੁਝ ਮਿਲੇਗਾ। ਸੋ ਆਈ ਐਮ ਸ਼ੋਰ ਸਾਡਾ ਸ਼ਹਿਰ ਅੱਗੇ ਹੋਰ ਵੀ ਤਰੱਕੀਆਂ ਕਰੇਗਾ। ਓ ਵਾਓ ਸਿਮਰਨ, ਦੈਟਸ ਅ ਵੰਡਰਫੁਲ ਇਨੀਸ਼ੀਏਟਿਵ ਬਾਈ ਦ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ, ਬਿਕਾਜ਼ ਜਿਹੜੇ ਇੰਟਰਨੈਸ਼ਨਲ ਟੂਰਿਸਟ ਆਉਂਦੇ ਨੇ ਨਾ, ਖਾਸ ਤੌਰ ਤੇ ਉਹ ਆਪਣੇ ਆਪ ਨੂੰ ਗਵਾਚਿਆ ਜਿਹਾ ਫੀਲ ਕਰਦੇ ਨੇ ਨਵੇਂ ਸ਼ਹਿਰ ਦੇ ਵਿੱਚ। ਸੋ I must applaud ਕਿ ਇਹ ਬਹੁਤ ਅੱਛਾ, ਬਹੁਤ ਇਨਫੋਰਮੇਟਿਵ ਇਨੀਸ਼ੀਏਟਿਵ ਹੈ। ਵਾਓ, that's wonderful। ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ ਤੇ ਹੁਣ ਲੈ ਕੇ ਚੱਲ ਰਹੇ ਹਾਂ ਤੁਹਾਨੂੰ ਬਿਗ FM ਆਰਜੇ ਪ੍ਰਿਯੰਕਾ ਕੋਲ। ਕਿਹੜੇ ਸ਼ਹਿਰ ਭਲਾ? ਹਾਂਜੀ, ਜਲੰਧਰ ਸ਼ਹਿਰ ਚੱਲ ਰਹੇ ਹਾਂ ਆਪਾਂ। ਦੇਖਦੇ ਹਾਂ ਕਿ ਅੱਜ ਜਲੰਧਰ ਸ਼ਹਿਰ ਵਾਲੇ ਕੀ ਕਰਨ ਜਾ ਰਹੇ ਨੇ। ਹਾਂਜੀ ਆਰਜੇ ਪ੍ਰਿਯੰਕਾ, ਕੀ ਖਬਰ ਹੈ ਜਲੰਧਰ ਸ਼ਹਿਰ ਦੀ? ਸਤਿ ਸ਼੍ਰੀ ਅਕਾਲ ਜੀ ਮਿਸ਼ਾ, ਵੈਰੀ ਗੁੱਡ ਮਾਰਨਿੰਗ ਜੀ। ਬਈ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਅੱਜ ਬਹੁਤ ਸੋਹਣੇ ਲੱਗ ਰਹੇ ਹੋ, ਐਂਡ ਇਸ ਦੇ ਨਾਲ ਹੀ ਇੱਕ ਵਧੀਆ ਜੀ ਮੈਂ ਤੁਹਾਨੂੰ ਖਬਰ ਵੀ ਸੁਣਾਉਂਦੀ ਹਾਂ ਤਾਂ ਕਿ ਤੁਹਾਡੀ ਜਿਹੜੀ ਖੂਬਸੂਰਤੀ ਹੈ ਹੋਰ ਵੀ ਜ਼ਿਆਦਾ ਵੱਧ ਜੇ। ਸਾਡੇ ਪੰਜਾਬ ਦੀ ਆਨ ਬਾਨ ਸ਼ਾਨ ਗੁਰਦਾਸ ਮਾਨ ਸਾਹਿਬ ਆ ਰਹੇ ਨੇ ਜੀ ਕੱਲ ਜਲੰਧਰ ਦੇ ਵਿੱਚ ਜੈਨ ਐਡਵਾਈਜ਼ਰਸ ਦੇ ਤੀਜੇ ਖੇਤੀ ਪਲੱਸ ਡੇਰੀ ਕਿਸਾਨ ਮੇਲਾ ਦੇ ਵਿੱਚ। ਐਂਡ ਇਸ ਦੇ ਵਿੱਚ ਉਹਨਾਂ ਦਾ ਖੁੱਲਾ ਅਖਾੜਾ ਲੱਗਣਾ ਹੈ, ਜਿਸ ਦੇ ਲਈ ਲੋਕਾਂ ਦੇ ਵਿੱਚ ਇੰਨੀ ਐਕਸਾਈਟਮੈਂਟ ਹੈਗੀ ਆ। ਅਸੀਂ ਵੀ ਬੜੇ ਖੁਸ਼ ਹੈਗੇ ਆ ਕਿ ਉਹ ਇੱਥੇ ਆ ਰਹੇ ਨੇ, ਬੜੇ ਐਕਸਾਈਟਿਡ ਹੈਗੇ ਆ। ਸਾਡੀ ਪੂਰੀ ਟੀਮ ਵੀ ਉਹਨਾਂ ਨੂੰ ਮਿਲਣ ਦੇ ਲਈ ਜਾ ਰਹੀ ਹੈ। ਐਂਡ ਜੇ ਤੁਸੀਂ ਵੀ ਕਿਤੇ ਆ ਸਕਦੇ ਹੋ ਤੇ ਪਲੀਜ਼ ਅਸੀਂ ਤੁਹਾਨੂੰ ਕਹਾਂਗੇ ਕਿ ਤੁਸੀਂ ਇੱਕ ਵਾਰੀ ਆਓ ਐਂਡ ਗੁਰਦਾਸ ਮਾਨ ਸਾਹਿਬ ਜੀ ਦੇ ਖੁੱਲੇ ਅਖਾੜੇ ਦਾ ਤੁਸੀਂ ਵੀ ਸਾਡੇ ਨਾਲ ਆਨੰਦ ਮਾਣ ਕੇ ਵੇਖੋ। ਥੈਂਕ ਯੂ ਸੋ ਮਚ ਆਰਜੇ ਪ੍ਰਿਯੰਕਾ ਫॉर दैट ਇਨਫੋਰਮੇਸ਼ਨ। ਥੈਂਕ ਯੂ ਸੋ ਮਚ, ਹੈਵ ਅ ਗ੍ਰੇਟ ਡੇ। ਵੈਲਕਮ ਬੈਕ ਟੂ ਸਪਾਰਕ ਪੰਜਾਬੀ। ਤੁਸੀਂ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਪੰਜਾਬ ਵਿਦ ਮੀ ਮਿਸ਼ਾ ਬਾਜਵਾ। ਵੈਲ, ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਰਵੀ ਕਿਸ਼ਨ ਜੀ ਦੀ, ਜੋ ਕਿ ਆਉਣ ਵਾਲੀ ਫਿਲਮ ਬੁਲਟ ਰਾਜਾ ਵਿੱਚ ਇੱਕ ਵੱਖਰੇ ਕਿਰਦਾਰ ਵਿੱਚ ਨਜ਼ਰ ਆਣਗੇ। ਵੈਲ, ਬਾਲੀਵੁੱਡ ਨਾ ਹੁਣ ਰੀਸੈਂਟ ਈਅਰਸ ਦੇ ਵਿੱਚ ਕਾਫੀ ਐਕਸਪੈਰੀਮੈਂਟਲ ਹੁੰਦਾ ਜਾ ਰਿਹਾ ਹੈ। ਦੇ ਆਰ ਓਪਨ ਟੂ ਡਿਫਰੈਂਟ ਕਾਈਂਡ ਆਫ ਵੀਅਰਡ ਟੈਕਨੀਕਸ, ਡਿਫਰੈਂਟ ਰੋਲ, ਡਿਫਰੈਂਟ ਸਿਨੇਮਾ ਇਮਰਜ ਹੋ ਰਿਹਾ ਆਲ ਟੁਗੇਦਰ। ਸੋ ਤਿਗਮਾਂਸ਼ੂ ਧੁਲੀਆ ਦੀ ਆਉਣ ਵਾਲੀ ਫਿਲਮ ਬੁਲਟ ਰਾਜਾ ਵਿੱਚ ਰਵੀ ਕਿਸ਼ਨ ਇੱਕ ਵੱਖਰੇ ਕਿਰਦਾਰ 'ਚ ਕਿੱਦਾਂ ਨਜ਼ਰ ਆ ਰਹੇ ਨੇ? ਵੈਲ, ਹੀ ਇਜ਼ ਪਲੇਇੰਗ ਅ ਫੀਮੇਲ ਕੈਰੈਕਟਰ। ਹਾਂਜੀ, ਤੇ ਆਪਾਂ ਰਵੀ ਜੀ ਤੋਂ ਜਾਣਦੇ ਹਾਂ ਕਿ ਉਹਨਾਂ ਨੇ ਇਹ ਫੈਸਲਾ ਕਿੱਦਾਂ ਲਿਆ ਇਸ ਕੈਰੈਕਟਰ ਬਾਰੇ ਤੇ ਕਿੱਦਾਂ ਇਹਦੀ ਤਿਆਰੀ ਕੀਤੀ। ਤਿਗਮਾਂਸ਼ੂ
दुलिया जी का, उन्होंने पहली मुलाकात हुई एक डिनर पे, उन्होंने कहा तुम सुमेर यादव हो, लखनऊ में मिले थे और शूटिंग पर सम अदर फिल्म, और उन्होंने ये रूप देखा, मैं 6 फुट का आदमी, मुझे एक औरत के रूप में देखने के लिए वो डायरेक्टर में कितना बड़ा पागलपन होगा आप सोच सकते हैं। और मेरी ऐसी इमेज नहीं रही कि चलो मेरे में थोड़ा सा नाजुकता है या हम लोग लंबे चौड़े लोग देसी आदमी, बट थैंक्स टू हिम उन्होंने टैप किया। और आपका सवाल आपने पहला वही दागा, तो इसका मतलब है कि ऑल उनको क्रेडिट जाता है। रवि जी, जब ਤੁਹਾਨੂੰ ਪਹਿਲੀ ਵਾਰੀ ਦੱਸਿਆ ਗਿਆ ਕਿ ਤੁਸੀਂ फीमेल कैरेक्टर प्ले करना है तो ਤੁਹਾਡਾ ਪਹਿਲਾ इंस्टेंट रिएक्शन की सी? सारे पुरुषों में स्त्री का तत्व होता है हमेशा, उसको हम लोग तभी हम लोग स्त्री से प्रेम कर सकते हैं, उनको समझते हैं, ये बहुत नेचुरल होता है। किसी में उसके कण ज़्यादा होते हैं, किसी में कम। मुझ में चूँकि शिव भक्त हूँ तो कण ज़्यादा होंगे, मेरे पास मेरी बेटियाँ हैं, मेरी पत्नी है, मेरी माँ है, सो मेरे ज़िंदगी में औरतें बहुत मेरे लिए महत्व रखती हैं, उनकी वजह से भी मैं इस ज़िंदगी में बहुत आगे आया हूँ। सो मैंने उन औरतों को अपने शरीर में डाला और उनको महसूस किया तैयार होते हुए, और वो आप पर्दे पे 29 नवंबर को देखेंगी। रवि किशन जी ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਗੱਲ ਚੱਲ ਰਹੀ ਸੀ ਬੁਲਟ ਰਾਜਾ ਫਿਲਮ ਦੇ ਵਿੱਚ ਇੱਕ ਫੀਮੇਲ ਕਿਰਦਾਰ ਨਿਭਾ ਰਹੇ ਰਵੀ ਕਿਸ਼ਨ ਜੀ ਨਾਲ। ਰਵੀ ਜੀ, ਤੁਹਾਨੂੰ ਆਪਣੇ ਡਾਇਰੈਕਟਰ ਦੀ ਤਾਰੀਫ ਕਰਨ ਦਾ ਪੂਰਾ ਮੌਕਾ ਦੇਵਾਂਗੇ ਅਸੀਂ ਇਸ ਸਵਾਲ ਦੇ ਨਾਲ। ਤੁਸੀਂ ਸਾਨੂੰ ਇਹ ਦੱਸੋ ਕਿ ਤਿਗਮਾਂਸ਼ੂ ਦੁਲੀਆ ਨਾਲ ਤੁਸੀਂ ਪਹਿਲੀ ਵਾਰ ਕੰਮ ਕਰ ਰਹੇ ਹੋ ਤੇ ਉਹ ਵੀ ਇੰਨਾ ਐਡਵੈਂਚਰਸ, ਇੰਨਾ ਯੂਨੀਕ ਤੇ ਡਿਫਰੈਂਟ ਕਿਰਦਾਰ ਤੁਸੀਂ ਪਲੇ ਕਰ ਰਹੇ ਹੋ, ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਐਕਸਪੀਰੀਅੰਸ? 250 फिल्में मैंने की, हिंदी भोजपुरी। इस तरह का रूप मेरा किसी ने धारणा नहीं किया, इस तरह मुझे किसी ने टैप नहीं किया। तो मेरे अंदर स्त्री देखेगा ये मैंने सोचा नहीं था कि मेरे अंदर औरत भी कोई डायरेक्टर देख सकता है। गॉड ब्लेस हिम, आई एम टेलिंग यू, ये रूल के बाद हिंदुस्तान पगला जाएगा कि रवि किशन तुम ये भी हो। और पूरा श्रेय मैंने कार्बन कॉपी तिग्मांशु दुलिया को कॉपी किया है। पगला देंगे 29 नवंबर को, देश एकदम मस्त हो जाएगा। मुझे बहुत रूप में देखा है ना, तेरे नाम में पंडित भी देखे, हीरो में, सुपरस्टार की लाइफ भी जी रहा हूँ, टेलीविजन पे बिग बॉस में भी देखा, यहाँ वहाँ इतने रूप, लेकिन ये रूप पहली बार आप लोग देखेंगे, मज़ा आएगा, आप लोगों को दीवाना बना देंगे। सैफ, चंकी बाबू, सोनाक्षी, जिमी, विद्युत का एक्शन, म्यूज़िक, तिग्मांशु दुलिया के डायरेक्शन, डायलॉग, ब्राह्मण भू का तो सुदामा, समझा तो चाणक्य और रूठा तो रावण। अवघड़ रूप है, अघोरी रूप है, राख लगा के भी दौड़ रहे हैं, सब कुछ है इसमें। ਹੁਣ ਤੁਹਾਨੂੰ ਅਸੀਂ ਮੌਕਾ ਦਾਂਗੇ ਆਪਣੀ ਫਿਲਮ ਦੀਆਂ ਤਾਰੀਫਾਂ ਕਰਨ ਦਾ ਤੇ ਤੁਸੀਂ ਸਾਨੂੰ ਦੱਸੋ, ਸਾਡੇ ਵਿਊਅਰਸ ਨੂੰ ਦੱਸੋ ਕਿ ਇਹ ਫਿਲਮ ਕਿੱਦਾਂ ਦੀ ਹੈ ਤੇ ਉਹਨਾਂ ਨੂੰ ਤੁਸੀਂ ਫਿਲਮ ਦੇਖਣ ਆਉਣ ਲਈ ਇਨਵਾਈਟ ਵੀ ਕਰ ਸਕਦੇ ਹੋ। आप लोग आइए, सब परिवार आइए, गंदगी नहीं है, बच्चों के साथ ये फिल्म देख सकते हैं। सैफ आपको बहुत बड़े यूएसपी मिलेंगे, सरप्राइज करेंगे, सैफ आपको खुश करेंगे, सब लोग आपको खुश करेंगे एंड यू विल बी वेरी हैप्पी कि भाई ये फिल्म परिवार के साथ आपने देखी। एंड आपको कहीं ऐसा नहीं लगेगा कि द प्रोड्यूसर और डायरेक्टर चीटेड यू और चीटेड विद योर मनी। नो, कम विद योर फैमिली, गेट योर चिल्ड्रन, हैव फन 29 नवंबर एंड यूल रिमेंबर कि यार एक सिनेमा देखे, मज़ा आया, कुछ सीखे भी। चुनाव भी आ रहा है तो बहुत सारी सीख भी, कुछ जो पर्दे के पीछे होता है वो कुछ रियलिस्टिक पर्दे पे आप लोग देखेंगे, बहुत कुछ सीखने भी मिलेगा इस सिनेमा से, परफॉर्मेंस के अलावा। ਸੋ ਫਰੈਂਡਸ, ਇਹ ਸੀ ਰਵੀ ਕਿਸ਼ਨ ਦੇ ਨਾਲ ਖਾਸ ਮੁਲਾਕਾਤ ਤੇ ਉਹਨਾਂ ਦੀ ਫਿਲਮ ਦੇ ਬਾਰੇ ਵਿੱਚ ਚਰਚਾ ਜਿਹੜੀ ਕਿ ਆਉਣ ਵਾਲੀ ਹੈ, ਬੁਲਟ ਰਾਜਾ। ਤੇ ਹੁਣ ਮੈਂ ਤੁਹਾਨੂੰ ਪੁੱਛਾਂਗੀ ਰਵੀ ਕਿਸ਼ਨ ਰਿਲੇਟਡ ਇੱਕ ਆਸਾਨ ਜਿਹਾ ਸਵਾਲ ਜਿਹਦਾ ਜਵਾਬ ਦੇਣਾ ਹੈ ਤੇ ਤੁਸੀਂ ਬਣ ਜਾਣਾ ਹੈ ਸਾਡੇ ਵਿਨਰ। ਸਵਾਲ ਇਹ ਹੈ ਕਿ ਹਿੰਦੀ ਫਿਲਮਸ ਦੇ ਇਲਾਵਾ ਰਵੀ ਕਿਸ਼ਨ ਨੇ ਕਿਹੜੀ ਲੈਂਗੁਏਜ ਦੀਆਂ ਫਿਲਮਾਂ ਸਭ ਤੋਂ ਜ਼ਿਆਦਾ ਕੀਤੀਆਂ ਨੇ? ਆਪਸ਼ਨਸ ਨੇ ਤੁਹਾਡੇ ਬੰਗਾਲੀ, तेलुगु या फिर भोजपुरी। हुण समा हो गया तुहाडे तो विदा लैण दा, पर जाण तो पहला एक जरूरी जानकारी। स्पार्क पंजाबी देखण लई तुसी ट्यून इन किद्दां करना है? तुसी फास्ट वे ते सानू देख सकदे हो चैनल नंबर 62 ते रिलायंस DTH ते ਅਸੀਂ ਤੁਹਾਨੂੰ ਮਿਲਾਂਗੇ ਚੈਨਲ ਨੰਬਰ 952 ਤੇ ਹੁਣ ਮੈਨੂੰ ਯਾਨੀ ਮਿਸ਼ਾ ਬਾਜਵਾ ਨੂੰ ਦਿਓ ਇਜਾਜ਼ਤ, ਕਿਉਂਕਿ ਕੱਲ ਸਵੇਰੇ 7 ਵਜੇ ਫਿਰ ਤੁਹਾਡੇ ਨਾਲ ਮੁਲਾਕਾਤ ਜੋ ਕਰਨੀ ਹੈ। ਸੋ ਯੂ ਟੇਕ ਕੇਅਰ ਆਫ ਯੋਰਸੈਲਫ। ਸਤਿ ਸ਼੍ਰੀ ਅਕਾਲ ਪੰਜਾਬ।